ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਰਿਸਰਚ ਡਿਪਾਰਟਮੈਂਟ ਦੇ ਵਿੱਚ ਤੇ ਤੁਹਾਨੂੰ ਰੂਬਰੂ ਕਰਵਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਸੀਯੂ ਇੱਕ ਸਿੰਪਲ ਲਰਨਰ ਨੂੰ ਇਨੋਵੇਟਿਵ ਥਿੰਕਰ ਬਣਾ ਰਹੀ ਹੈ। इस सारे प्रोग्राम्स ਦੇ ਵਿੱਚ स्टूडेंट्स ਨੂੰ ਵੀ ਇਨਵੋਲਵ ਕਰ ਰਹੇ ਹਾਂ। सो दे आर गिवन some assignments, case studies, they are given dissertations to work on। NIRF ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ ਚੰਡੀਗੜ੍ਹ ਯੂਨੀਵਰਸਿਟੀ ਦੀ ਨੈਸ਼ਨਲ ਲੈਵਲ ਦੇ ਉੱਤੇ। ਅਕ੍ਰੋਸ ਆਲ ਦ ਯੂਨੀਵਰਸਿਟੀਜ਼ ਅਸੀਂ 34th ਨੰਬਰ ਤੇ ਸੀ ਔਰ ਅਮੰਗ ਦ ਪ੍ਰਾਈਵੇਟ ਯੂਨੀਵਰਸਿਟੀਜ਼ ਅਸੀਂ 19th ਨੰਬਰ ਤੇ ਸੀ। ਸੋ ਦਿਸ ਇਜ਼ ਅ ਵੈਰੀ ਸਿਗਨੀਫਿਕੈਂਟ ਵਿਜ਼ਿਬਿਲਿਟੀ ਆਫ ਦ ਇੰਸਟੀਟਿਊਸ਼ਨ ਐਟ ਦ ਨੈਸ਼ਨਲ ਪਲੇਟਫਾਰਮ। ਅਸੀਂ ਮੋਰ ਦੈਨ 5800 ਪੇਟੈਂਟਸ ਜਿਹੜੇ ਹੈਗੇ ਨੇ ਫਾਈਲ ਕੀਤੇ ਨੇ ਔਰ ਉਹ ਰਜਿਸਟਰ ਵੀ ਹੋਏ ਨੇ ਐਂਡ ਦੇ ਹੈਡ ਬੀਨ ਗ੍ਰਾਂਟਡ ਮੋਰ ਦੈਨ 250। ਸਾਡੇ ਕੋਲ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਗਵਰਨਮੈਂਟ ਆਫ ਇੰਡੀਆ ਦੇ ਪ੍ਰੋਜੈਕਟਸ ਵੀ ਨੇ ਔਰ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ICMR ਦੇ ਪ੍ਰੋਜੈਕਟਸ ਵੀ ਬੱਚੇ ਉਹਨਾਂ 'ਤੇ ਕੰਮ ਕਰ ਰਹੇ ਨੇ। ਯੂਨੀਵਰਸਿਟੀ ਦੇ ਵਿੱਚ 15 ਤੋਂ ਜ਼ਿਆਦਾ ਸੈਂਟਰ ਆਫ ਐਕਸਲੈਂਸ ਇਸ ਵੇਲੇ ਆਪਰੇਟਿਵ ਨੇ। ਕਲਪਨਾ ਚਾਵਲਾ ਸੈਂਟਰ ਸਾਡਾ ਹੈਗਾ ਇੱਕ ਸਪੇਸ ਟੈਕਨੋਲੋਜੀ ਦੇ ਉੱਤੇ 2020 ਦੇ ਵਿੱਚ ਐਸਟੈਬਲਿਸ਼ ਹੋਇਆ ਸੀ ਔਰ ਉਹਦੇ ਵਿੱਚ ਸੈਟੇਲਾਈਟ ਡਿਜ਼ਾਈਨ ਦੇ ਉੱਤੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਰਿਸਰਚ ਇਨੋਵੇਸ਼ਨ ਨੂੰ ਗਰੋ ਕਰਨ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇੱਕ ਮਲਟੀ ਫੈਸਟਡ ਅਪਰੋਚ, ਮਲਟੀ ਪ੍ਰੋਂਗਡ ਅਪਰੋਚ ਨੂੰ ਅਡਾਪਟ ਕੀਤਾ ਗਿਆ ਹੈ। ਇਸ ਦੇ ਵਿੱਚ ਅਸੀਂ ਮੋਰ ਦੈਨ 500 ਕੋਲੈਬੋਰੇਸ਼ਨਸ ਨੇ, ਗਲੋਬਲ ਕੋਲੈਬੋਰੇਸ਼ਨਸ। ਜੇਕਰ ਤੁਸੀਂ ਵੀ ਉਹਨਾਂ ਸਟੂਡੈਂਟਸ ਦੇ ਵਿੱਚੋਂ ਜੋ ਸਿਰਫ ਡਿਗਰੀ ਰਾਹੀਂ ਨਹੀਂ ਰਿਸਰਚ ਇਨੋਵੇਸ਼ਨ ਤੇ ਡਿਸਕਵਰੀ ਰਾਹੀਂ ਆਪਣੀ ਵੱਖ ਪਛਾਣ ਬਣਾਉਣਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਲੈ ਕੇ ਚੱਲਦੇ ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਰਿਸਰਚ ਡਿਪਾਰਟਮੈਂਟ ਦੇ ਵਿੱਚ ਤੇ ਤੁਹਾਨੂੰ ਰੂਬਰੂ ਕਰਵਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਸੀਯੂ ਇੱਕ ਸਿੰਪਲ ਲਰਨਰ ਨੂੰ ਇਨੋਵੇਟਿਵ ਥਿੰਕਰ ਬਣਾ ਰਹੀ ਹੈ। ਤੇ ਆਓ ਤੁਹਾਨੂੰ ਦੱਸਦੇ ਹਾਂ ਲੈਬ ਦਾ ਸਾਰਾ ਤੁਹਾਨੂੰ ਇੱਕ ਵਾਰੀ ਘੁਮਾਵਾਂਗੇ ਕਿ ਲੈਬ ਕਿਸ ਤਰੀਕੇ ਦੀ ਹੈ ਸੀਯੂ ਦੀ ਤੇ ਜਿਹੜੇ ਵੀ ਬੱਚੇ ਰਿਸਰਚ ਨੂੰ ਲੈ ਕੇ ਹੁਣ ਸਰਚ ਕਰ ਰਹੇ ਨੇ ਕਿ ਯੂਨੀਵਰਸਿਟੀ ਦੇ ਵਿੱਚ ਰਿਸਰਚ ਨੂੰ ਕਿਸ ਤਰੀਕੇ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਇੱਥੇ ਪ੍ਰੋਫੈਸਰ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਤਾਂ ਮੈਡਮ ਭਾਰਦਵਾਜ ਸਾਡੇ ਨਾਲ ਮੌਜੂਦ ਨੇ। ਮੈਮ ਕਿਸ ਤਰੀਕੇ ਨਾਲ ਸੀਯੂ ਦੇ ਵਿੱਚ ਰਿਸਰਚ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ, ਕਿਸ ਤਰ੍ਹਾਂ ਐਨਕਰੇਜ ਕੀਤਾ ਜਾ ਰਿਹਾ? ਯੈਸ ਮੈਮ, ਬਹੁਤ ਸਾਰੇ ਇਨੀਸ਼ੀਏਟਿਵਸ ਲਏ ਜਾ ਰਹੇ ਨੇ। ਰੀਸੈਂਟਲੀ ਇਸ ਯੂਨੀਵਰਸਿਟੀ ਨੂੰ ਸਾਡਾ ਮੋਟਿਵ ਹੈ ਰਿਸਰਚ ਇੰਟੈਂਸਿਵ ਯੂਨੀਵਰਸਿਟੀ ਦੇ ਫਾਰਮ ਦੇ ਵਿੱਚ ਨੈਸ਼ਨਲ ਲੈਵਲ ਦੇ ਉੱਤੇ ਲੈ ਕੇ ਆਉਣਾ ਔਰ ਰਿਸਰਚ ਇੰਟੈਂਸਿਵ ਯੂਨੀਵਰਸਿਟੀ ਬਣਾਉਣ ਵਾਸਤੇ ਜਿੰਨੇ ਵੀ ਰਿਸਰਚ ਪ੍ਰੋਗਰਾਮਸ ਨੇ ਫॉर ਫੰਡਿੰਗਸ, ਫॉर ਰਿਸਰਚ ਪਾਰਟਨਰਸ਼ਿਪਸ, ਫॉर ਫਾਈਲਿੰਗ ਪੇਟੈਂਟਸ, ਫॉर ਪਬਲਿਕੇਸ਼ਨਸ ਇਨ Q1 ਐਂਡ Q2 ਜਰਨਲਸ ਐਂਡ ਦੈਨ ਕੈਪੈਸਿਟੀ ਬਿਲਡਿੰਗ ਆਫ ਦ ਫੈਕਲਟੀ। ਸੋ ਇਹ ਸਾਰੇ ਜਿਹੜੇ ਪ੍ਰੋਗਰਾਮਸ ਨੇ ਬਹੁਤ ਰਿਗਰਸਲੀ ਅਸੀਂ ਕਰ ਰਹੇ ਹਾਂ ਔਰ ਸਾਰੀ ਯੰਗ ਫੈਕਲਟੀ ਨੂੰ, ਸਟੂਡੈਂਟਸ ਨੂੰ ਅਸੀਂ ਰਿਸਰਚ ਦੇ ਵਿੱਚ ਲਿਆਉਣ ਵਾਸਤੇ ਬਹੁਤ ਇਨੀਸ਼ੀਏਟਿਵਸ ਲਏ ਨੇ। ਅੱਛਾ, ਜਿੱਥੇ ਗਵਰਨਮੈਂਟ ਵੱਧ ਚੜ ਕੇ ਸਪੋਰਟ ਕਰ ਰਹੀ ਹੈ ਰਿਸਰਚ ਨੂੰ, ਹੈ ਨਾ, ਇੰਟਰਡਿਸਪਲਿਨਰੀ ਰਿਸਰਚ ਨੂੰ ਕਿਸ ਤਰੀਕੇ ਨਾਲ ਐਨਕਰੇਜ ਕੀਤਾ ਜਾ ਰਿਹਾ ਯੂਨੀਵਰਸਿਟੀ ਦੇ ਵਿੱਚ ਤੇ ਵੱਖ-ਵੱਖ ਡਿਪਾਰਟਮੈਂਟਸ ਦੇ ਜਿਹੜੇ ਸਟੂਡੈਂਟਸ ਨੇ ਅਸੀਂ ਦੇਖ ਰਹੇ ਹਾਂ, ਹੈ ਨਾ, ਤੇ ਇਹ ਕਿਹੜੇ ਪ੍ਰੋਜੈਕਟਸ ਤੇ ਰਿਸਰਚ ਕਰ ਰਹੇ ਨੇ? ਓਕੇ ਮੈਮ, ਬਹੁਤ ਅੱਛਾ ਕੁਐਸਚਨ ਪੁੱਛਿਆ ਤੁਸੀਂ। ਐਕਚੁਅਲੀ ਸਾਡੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੇ ਵੀ ਇੰਟਰਡਿਸਪਲਿਨਰੀ ਰਿਸਰਚ ਔਰ ਟਰਾਂਸਡਿਸਪਲਿਨਰੀ ਰਿਸਰਚ ਦੇ ਉੱਤੇ ਬਹੁਤ ਜ਼ੋਰ ਦਿੱਤਾ ਹੈ ਔਰ ਇਸ ਇੰਟਰਡਿਸਪਲਿਨਰੀ ਰਿਸਰਚ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਬਹੁਤ ਇਨੀਸ਼ੀਏਟਿਵਸ ਲਏ ਨੇ। ਅਸੀਂ ਇਹਦੇ ਵਿੱਚ ਅਕ੍ਰੋਸ ਦ ਡਿਸਿਪਲਿਨਸ, ਵਿਦਿਨ ਦ ਡਿਸਿਪਲਿਨਸ ਐਂਡ ਟਰਾਂਸ ਡਿਸਿਪਲਿਨਸ, ਮਤਲਬ ਸਾਇੰਸਿਸ ਇਨਵੋਲਵਿੰਗ ਵਿਦ ਸੋਸ਼ਲ ਸਾਇੰਸਿਸ, ਉਹਨਾਂ ਨੂੰ ਵੀ ਲੈ ਕੇ ਅਸੀਂ ਪ੍ਰੋਜੈਕਟਸ ਬਣਾਏ ਨੇ ਔਰ ਬਹੁਤ ਸਾਰੇ ਪ੍ਰੋਜੈਕਟਸ ਅਸੀਂ ਫੰਡਿੰਗ ਏਜੰਸੀਜ਼ ਨੂੰ ਸਬਮਿਟ ਕੀਤੇ ਨੇ। ਇੱਕ ਪ੍ਰੋਜੈਕਟ ਅਸੀਂ ਹੁਣੇ ਸਾਇੰਸ ਕਮਿਊਨੀਕੇਸ਼ਨ ਦਾ ਲਿਆ ਸੀ, ਉਹਦੇ ਵਿੱਚ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ, ਕੰਪਿਊਟਰ ਡਿਪਾਰਟਮੈਂਟ ਨੂੰ, ਸਾਇੰਸ ਡਿਪਾਰਟਮੈਂਟਸ ਨੂੰ, ਸੋਸ਼ਲ ਸਾਇੰਸ ਡਿਪਾਰਟਮੈਂਟਸ ਨੂੰ ਸਾਰਿਆਂ ਨੂੰ ਇਨਕੋਰਪੋਰੇਟ ਕਰਕੇ, ਅਮੈਲਗਮੇਟ ਕਰਕੇ ਔਰ ਇੱਕ ਮਲਟੀ ਫੈਸਟਡ ਅਪਰੋਚਸ ਦੇ ਨਾਲ ਉਹ ਪ੍ਰੋਜੈਕਟ ਅਸੀਂ, ਮੈਗਾ ਪ੍ਰੋਜੈਕਟ ਹੈਗਾ, ਉਹ ਅਸੀਂ ਸਬਮਿਟ ਕੀਤਾ ਗਵਰਨਮੈਂਟ ਨੂੰ। ਔਰ ਇਸੇ ਤਰੀਕੇ ਦੇ ਨਾਲ ਅਸੀਂ ਇਸ ਸਾਰੇ ਪ੍ਰੋਗਰਾਮਸ ਦੇ ਵਿੱਚ ਸਟੂਡੈਂਟਸ ਨੂੰ ਵੀ ਇਨਵੋਲਵ ਕਰ ਰਹੇ ਹਾਂ। ਸੋ ਦੇ ਆਰ ਗਿਵਨ ਸਮ ਅਸਾਈਨਮੈਂਟਸ, ਕੇਸ ਸਟੱਡੀਜ਼, they are given dissertations to work on। ਸੋ ਇਹ ਜਿਹੜੀ ਟਰਾਂਸਡਿਸਪਲਿਨਰੀ ਅਪਰੋਚ ਹੈ ਇਹਨੂੰ ਅਸੀਂ ਐਨਕਰੇਜ ਕਰ ਰਹੇ ਹਾਂ। ਕਿਉਰਿਕੂਲਮ ਦੇ ਵਿੱਚ ਵੀ ਰਿਸਰਚ ਬੇਸਡ ਕਿਉਰਿਕੂਲਮ ਔਰ ਕੈਪੈਸਿਟੀ ਬਿਲਡਿੰਗ ਵੀ ਕਰਵਾ ਰਹੇ ਹਾਂ। ਇਹਦੇ ਵਾਸਤੇ ਬਹੁਤ ਸਾਰੀਆਂ ਮੈਕਾਥੋਨਸ ਕਰਵਾਈਆਂ ਨੇ, ਮੈਪਾਥੋਨਸ ਕਰਵਾਈਆਂ ਨੇ, ਵੈਬਾਥੋਨਸ ਕਰਵਾਈਆਂ ਨੇ, ਹੈਕਾਥੋਨਸ ਕਰਵਾਈਆਂ ਨੇ। ਸੋ ਦਿਸ ਇਜ਼ ਅ ਰੂਟੀਨ ਪ੍ਰੈਕਟਿਸ ਵਿਚ ਇਜ਼ ਗੋਇੰਗ ਔਨ। ਤੁਸੀਂ ਆ ਦੇਖੋ ਕਿ 2026 ਦੇ ਵਿੱਚ ਹੀ ਅਸੀਂ ਪਿਛਲੇ 2 ਮਹੀਨੇ ਦੇ ਵਿੱਚ ਵੀ ਹੈਡ ਕੰਡਕਟਡ ਮੋਰ ਦੈਨ 20 ਸੱਚ ਐਕਸਰਸਾਈਜ਼ਸ। ਸੋ ਔਨ ਐਨ ਐਨੂਅਲ ਬੇਸਿਸ ਵੀ ਥਰਾਈਵ ਕਿ ਅਸੀਂ ਜਿਹੜਾ
ਨੰਬਰ ਹੈ ਇੱਕ ਅਚੀਵੇਬਲ ਸਿਗਨੀਫੀਕੈਂਟ ਨੰਬਰ ਤੇ ਪਹੁੰਚ ਜਾਈਏ, ਸੋ ਦੈਟ ਜਿਹੜੀ ਸਾਡੀ ਸਾਰੀ ਫੈਕਲਟੀ ਹੈ, ਯੰਗ ਸਟੂਡੈਂਟਸ ਨੇ, ਯੂਜੀ ਸਟੂਡੈਂਟਸ, ਪੀਜੀ ਸਟੂਡੈਂਟਸ ਔਰ ਰਿਸਰਚ ਫੈਲੋਜ਼ ਐਂਡ ਯੰਗ ਫੈਕਲਟੀ, ਸੋ ਉਹਨਾਂ ਨੂੰ ਕੈਪੈਸੀਟੇਟ ਕੀਤਾ ਜਾ ਸਕੇ for project writing, for paper writing, for patents filing. So ਇਹ ਜਿਹੜੇ ਰਿਸਰਚ ਦੇ ਸਾਰੇ ਐਸਪੈਕਟਸ ਨੇ, ਇਹਨਾਂ ਨੂੰ ਟਰਾਂਸਡਿਸਪਲਿਨਰੀ ਬਣਾਉਣ ਵਾਸਤੇ ਔਰ ਇੰਟਰਡਿਸਪਲਿਨਰੀ ਬਣਾਉਣ ਵਾਸਤੇ ਵੀ ਹੈਵ ਟੇਕਨ ਆਲ ਥੀਸ ਇਨੀਸ਼ੀਏਟਿਵਸ। ਮੈਮ NIRF ਦੇ ਵਿੱਚ ਕੀ ਰੈਂਕ ਰਿਹਾ ਹੈ CU ਚੰਡੀਗੜ੍ਹ ਯੂਨੀਵਰਸਿਟੀ ਦਾ? ਯੈਸ ਮੈਮ, NIRF ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ ਚੰਡੀਗੜ੍ਹ ਯੂਨੀਵਰਸਿਟੀ ਦੀ ਨੈਸ਼ਨਲ ਲੈਵਲ ਦੇ ਉੱਤੇ। ਅਕ੍ਰੋਸ ਆਲ ਦ ਯੂਨੀਵਰਸਿਟੀਜ਼ ਅਸੀਂ 34th ਨੰਬਰ ਤੇ ਸੀ, ਔਰ ਅਮੰਗ ਦ ਪ੍ਰਾਈਵੇਟ ਯੂਨੀਵਰਸਿਟੀਜ਼ ਅਸੀਂ 19th ਨੰਬਰ ਤੇ ਸੀ। ਸੋ ਦਿਸ ਇਜ਼ ਅ ਵੈਰੀ ਸਿਗਨੀਫਿਕੈਂਟ ਵਿਜ਼ਿਬਿਲਿਟੀ ਆਫ ਦ ਇੰਸਟੀਟਿਊਸ਼ਨ ਐਟ ਦ ਨੈਸ਼ਨਲ ਪਲੇਟਫਾਰਮ। ਔਰ ਇਸ ਨਿਰਫ ਨੂੰ ਫਰਦਰ ਇੰਪਰੂਵ ਕਰਨ ਦੇ ਵਿੱਚ, ਬਿਕੋਜ਼ ਰਿਸਰਚ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਕੰਪੋਨੈਂਟ, ਤਾਂ ਅਸੀਂ ਰਿਸਰਚ ਦੇ ਉੱਤੇ ਬਹੁਤ ਜ਼ੋਰ ਦੇ ਰਹੇ ਹਾਂ ਮੈਮ। ਤਾਂ ਬਿਲਕੁਲ ਯੂਨੀਵਰਸਿਟੀ ਦੇ ਵਿੱਚ ਰਿਸਰਚ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਜਿਹੜਾ ਹੈ ਦਿੱਤਾ ਜਾ ਰਿਹਾ, ਕਿਉਂਕਿ ਅੱਜ ਕੱਲ ਦੇ ਕੰਪੀਟੀਟਿਵ ਜ਼ਮਾਨੇ ਦੇ ਵਿੱਚ ਨਾ ਹੁਣ ਸਿਰਫ ਕਿਤਾਬਾਂ ਤੱਕ, ਡਿਗਰੀਆਂ ਤੱਕ ਬੱਚੇ ਸੀਮਤ ਨਹੀਂ ਰਹਿਣਾ ਚਾਹੁੰਦੇ। ਇਹ ਰੀਅਲ ਲਾਈਫ ਜਿਹੜੇ ਐਗਜ਼ਾਮਪਲ ਬੱਚੇ ਦੇਖ ਰਹੇ ਨੇ, ਜਿਹੜੇ ਵੀ ਰਿਸਰਚ ਨੂੰ ਲੈ ਕੇ ਜਿਨ੍ਹਾਂ ਦੇ ਮਨ ਦੇ ਵਿੱਚ ਸਵਾਲ ਨੇ, ਰਿਸਰਚ ਸਕਾਲਰ ਵੀ ਸਾਡੇ ਨਾਲ ਇੱਥੇ ਮੌਜੂਦ ਨੇ। ਮੈਮ ਕਿਹੜੇ ਪ੍ਰੋਜੈਕਟਸ ਦੇ ਉੱਤੇ ਕੰਮ ਕਰ ਰਹੇ ਹੋ ਫਿਲਹਾਲ? Ma'am, we were working on antibacterial properties, and we were working on Drosophila itself, like fruit flies, antibacterial activities, and microbial-based insecticides. So working here. ਅੱਛਾ, ਕੀ ਫੈਸਿਲਿਟੀਜ਼ ਪ੍ਰੋਵਾਈਡ ਕਰਵਾ ਰਹੀ ਹੈ ਚੰਡੀਗੜ੍ਹ ਯੂਨੀਵਰਸਿਟੀ ਆਪਣੇ ਬੱਚਿਆਂ ਲਈ, ਰਿਸਰਚ ਸਕਾਲਰ ਜਿਹੜੇ ਨੇ ਖਾਸ ਕਰ? We have incubators with us, and here we have microscopes, sophisticated microscopes, inverted, stereo, and compound microscopes. And for sterilization purposes, we have autoclave and laminar airflows to do any antibacterial properties here. ਅੱਛਾ ਮੈਮ, ਪੇਟੈਂਟ ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਯੂਨੀਵਰਸਿਟੀ ਇੱਕ ਪਾਵਰ ਹਾਊਸ ਬਣ ਚੁੱਕੀ ਹੈ, ਤੇ ਕੀ ਜਿਹੜੀ ਫੈਸਿਲਿਟੀਜ਼ ਬੱਚਿਆਂ ਨੂੰ ਪ੍ਰੋਵਾਈਡ ਕਰਾਈਆਂ ਜਾ ਰਹੀਆਂ ਨੇ, ਤੇ ਕਿੰਨੇ ਪੇਟੈਂਟ ਜਿਹੜੀ ਹੈ ਯੂਨੀਵਰਸਿਟੀ ਫਾਈਲ ਕਰ ਚੁੱਕੀ ਹੈ, ਪਬਲਿਸ਼ ਰਜਿਸਟਰ ਕਰ ਚੁੱਕੀ ਹੈ? Yeah, ma'am, we take pride in filing the patents because ਅਸੀਂ more than 5800 patents ਜਿਹੜੇ ਹੈਗੇ ਨੇ ਫਾਈਲ ਕੀਤੇ ਨੇ, ਔਰ ਉਹ ਰਜਿਸਟਰ ਵੀ ਹੋਏ ਨੇ, and they had been granted more than 250. ਪਿਛਲੇ ਸਾਲ ਹੀ ਅਸੀਂ more than 1300 patents ਜਿਹੜੇ ਨੇ ਉਹ ਫਾਈਲ ਕੀਤੇ ਨੇ, and I take pride in telling that the university is so, proactive to the students, to the faculty for taking patents further. So ਹੁਣ ਸਾਡਾ ਜਿਹੜਾ ਜ਼ੋਰ ਹੈਗਾ ਇਹ patents ਨੂੰ ਅਸੀਂ ਟੈਕਨੋਲੋਜੀ ਟ੍ਰਾਂਸਫਰ ਵੱਲ ਕਿਵੇਂ ਲੈ ਕੇ ਜਾਈਏ। So there has been a separate wing created, a director patents had been deputed for that, and they are into this and will come out very shortly with very good significant outputs. ਕੀ ਪੇਟੈਂਟ ਫਾਈਲ ਕਰਨ ਦੇ ਵਿੱਚ ਜਾਂ ਕਹਿ ਲਈਏ ਪਬਲਿਸ਼ ਕਰਨ ਦੇ ਵਿੱਚ ਬੱਚਿਆਂ ਨੂੰ ਹੈਲਪ ਕੀਤੀ ਜਾਂਦੀ ਹੈ? ਯੈਸ, ਜਿਸ ਤਰ੍ਹਾਂ ਮੈਂ ਕਿਹਾ ਕਿ ਇੱਕ ਸੈਪਰੇਟ ਡਿਵੀਜ਼ਨ ਹੈਗਾ ਮੈਮ ਜਿਹੜਾ IPRs ਔਰ ਪੈਟੈਂਟਸ ਨੂੰ ਡੀਲ ਕਰਦਾ ਹੈ। ਸੋ ਵੀ ਪ੍ਰੋਵਾਈਡ ਆਲ ਲੀਗਲ ਹੈਲਪਸ, ਵੀ ਟੇਕ ਕੈਪੈਸਿਟੀ ਬਿਲਡਿੰਗ ਪ੍ਰੋਗਰਾਮਸ ਔਨ IPR ਔਨ ਕੰਟੀਨਿਊਸ ਬੇਸਿਸ, ਤੇ ਇਹਨਾਂ ਸਾਰੇ ਸਟੂਡੈਂਟਸ ਨੂੰ ਅਸੀਂ ਕੈਪੈਸੀਟੇਟ ਵੀ ਕਰਦੇ ਹਾਂ, ਇਹਨਾਂ ਨੂੰ ਅਸੀਂ ਅਵੇਅਰ ਆਫ ਵੀ ਕਰਦੇ ਹਾਂ, ਔਰ ਆਈਡੀਆ ਜਨਰੇਸ਼ਨ, ਕੁਛ ਵੀ ਇਹਨਾਂ ਦੇ ਵਿੱਚ ਆਈਡੀਆ ਆਉਂਦਾ ਹੈ ਕਿਸ ਤਰ੍ਹਾਂ ਜਨਰੇਟ ਕਰਨਾ ਹੈ, ਉਹਨੂੰ ਕਿਸ ਤਰ੍ਹਾਂ ਪੇਟੈਂਟੇਬਲ ਬਣਾਉਣਾ ਹੈ, ਔਰ IPR ਡੋਮੇਨਸ ਦੇ ਵਿੱਚ ਕਿਸ ਤਰ੍ਹਾਂ ਲੈ ਕੇ ਜਾਣਾ, ਡਿਜ਼ਾਈਨ ਕਿਸ ਤਰ੍ਹਾਂ ਕਰਨਾ, ਰਿਸਰਚ ਡਿਜ਼ਾਈਨਸ ਵਗੈਰਾ ਦੇ ਉੱਤੇ ਵੀ ਬਹੁਤ ਸਾਰੇ ਪੇਟੈਂਟਸ ਦੇ ਉੱਤੇ ਬੱਚਿਆਂ ਨੂੰ ਕੈਪੈਸੀਟੇਟ ਕੀਤਾ ਜਾਂਦਾ ਹੈ, ਸਿਖਾਇਆ ਜਾਂਦਾ ਹੈ, ਔਰ ਫਿਰ ਉਹਨਾਂ ਨੂੰ ਲੀਗਲ ਹੈਲਪ ਵੀ ਦਿੱਤੀ ਜਾਂਦੀ ਹੈ, ਫਾਈਨੈਂਸ਼ੀਅਲ ਹੈਲਪ ਵੀ ਦਿੱਤੀ ਜਾਂਦੀ ਹੈ। ਤਾਂ ਹੋਰ ਮੈਮ ਕਿੰਨੀਆਂ ਲੈਬਸ ਨੇ ਯੂਨੀਵਰਸਿਟੀ ਦੇ ਵਿੱਚ? ਮੈਮ UCRD ਦੇ ਵਿੱਚ ਜਿਹੜਾ ਇੱਕ ਡੈਡੀਕੇਟਡ ਸੈਂਟਰ ਹੈ, ਯੂਨੀਵਰਸਿਟੀ ਸੈਂਟਰ ਫॉर ਰਿਸਰਚ ਐਂਡ ਡਿਵੈਲਪਮੈਂਟ, ਹੁਣ ਇਹ ਡਾਇਰੈਕਟੋਰੇਟ ਆਫ ਰਿਸਰਚ ਦੇ ਨਾਮ ਤੇ ਜਾਣਿਆ ਜਾਂਦਾ ਹੈ। ਸੋ ਵੀ ਡੂ ਹੈਵ ਸੈਂਟਰਲ 6 labs. So ਇਹਦੇ ਵਿੱਚ ਸਾਡਾ ਇੱਕ ਸੈਂਟਰਲ ਇਨਸਟਰੂਮੈਂਟੇਸ਼ਨ ਫੈਸਿਲਿਟੀ ਜਨਰੇਟ ਕੀਤੀ ਗਈ ਹੈ, ਵਿਚ ਇਜ਼ ਓਪਨ ਟੂ ਆਲ ਦ ਸਟੂਡੈਂਟਸ ਐਂਡ ਆਊਟਸਾਈਡ ਐਜ਼ ਵੈਲ ਐਜ਼ ਜਿਹੜੇ ਸਾਡੇ ਕੋਲੈਬੋਰੇਟਰਸ ਨੇ ਪਾਰਟਨਰਸ਼ਿਪ ਦੇ ਵਿੱਚ ਜਿਹਦੇ ਨਾਲ ਅਸੀਂ ਰਿਸਰਚ ਕਰ ਰਹੇ ਹਾਂ। ਸੋ ਦੇ ਕੈਨ ਆਲਸੋ ਕਮ ਐਂਡ ਵਰਕ ਔਨ them, and we have state of art infrastructure. We have very sophisticated machines to work on. I shall be covering on that, telling you that. ਤਾਂ ਬਿਲਕੁਲ ਰਿਸਰਚ ਡਿਪਾਰਟਮੈਂਟ ਦੇ ਵਿੱਚ ਮੌਜੂਦ ਹਾਂ, ਤੇ ਕਹਿੰਦੇ ਮੈਡਮ ਕਿ 6 ਲੈਬਸ ਨੇ ਬੱਚਿਆਂ ਦੀ ਫੈਸਿਲਿਟੀ ਲਈ, ਬੱਚਿਆਂ ਦੀ ਸਹੂਲਤ ਦੇ ਲਈ 6 ਲੈਬਸ ਯੂਨੀਵਰਸਿਟੀ ਦੇ ਵਿੱਚ ਬਣਾਏ ਗਏ ਨੇ। ਇੱਕ ਲੈਬ ਅਸੀਂ ਤੁਹਾਨੂੰ ਦਿਖਾਈ ਜਿੱਥੇ ਬੱਚੇ ਰਿਸਰਚ ਪ੍ਰੋਜੈਕਟਸ ਦੇ ਉੱਤੇ ਕੰਮ ਕਰ ਰਹੇ ਨੇ, ਤੇ UCRD ਦੇ ਵਿੱਚ ਇਹਨਾਂ ਦੇ 6 ਲੈਬ ਜੀ। ਤਾਂ ਦੂਜੀ ਲੈਬ ਵੱਲ ਅਸੀਂ ਚੱਲਦੇ ਹਾਂ, ਉੱਥੇ ਪੁੱਛਾਂਗੇ ਕਿ ਬੱਚੇ ਕਿਹੜੇ ਰਿਸਰਚ ਪ੍ਰੋਜੈਕਟਸ ਦੇ ਉੱਤੇ ਕੰਮ ਕਰ ਰਹੇ ਨੇ। ਮੈਮ, ਦਿਸ ਇਜ਼ ਆਵਰ ਬਾਇਓਟੈਕਨੋਲੋਜੀ ਲੈਬ, ਔਰ ਇਸ ਬਾਇਓਟੈਕਨੋਲੋਜੀ ਲੈਬ ਦੇ ਵਿੱਚ ਬੱਚੇ ਬਾਇਓਟੈਕਨੋਲੋਜੀ ਔਰ ਜੈਨੇਟਿਕਸ ਦੇ ਉੱਤੇ ਬਹੁਤ ਰਿਸਰਚ ਕਰ ਰਹੇ ਨੇ। ਸਾਡੇ ਕੋਲ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਗਵਰਨਮੈਂਟ ਆਫ ਇੰਡੀਆ ਦੇ ਪ੍ਰੋਜੈਕਟਸ ਵੀ ਨੇ, ਔਰ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ICMR ਦੇ ਪ੍ਰੋਜੈਕਟਸ ਵੀ ਬੱਚੇ ਉਹਨਾਂ 'ਤੇ ਕੰਮ ਕਰ ਰਹੇ ਨੇ। ਸੋ ਬੇਸਿਕਲੀ ਇਹ ਜਿਹੜੇ ਮਾਈਕਰੋਬਸ ਨੇ, ਜਿਹੜੇ ਬੈਕਟੀਰੀਆ ਨੇ, ਜਿਹੜੇ ਇਕੋ ਫਰੈਂਡਲੀ ਬੈਕਟੀਰੀਆ ਨੇ,
ਪਲਾਂਟ ਗਰੋਥ ਪ੍ਰੋਮੋਟਿੰਗ ਰਾਈਜ਼ੋਬੈਕਟੀਰੀਆ ਅਸੀਂ ਉਹਨਾਂ ਨੂੰ ਕਹਿੰਦੇ ਆ ਪੀਜੀਪੀਆਰਸ ਦੇ ਉੱਤੇ ਕੰਮ ਕਰ ਰਹੇ ਨੇ। ਸੋ ਇਹ ਪੀਜੀਪੀਆਰਸ ਕ੍ਰੌਪਸ ਦੇ ਵਾਸਤੇ ਪਲਾਂਟਸ ਦੇ ਵਾਸਤੇ ਕਿਸ ਤਰ੍ਹਾਂ ਬੈਨੀਫੀਸ਼ੀਅਲ ਹੋ ਸਕਦੇ ਨੇ, ਇਹ ਸੋਇਲ ਫਰਟੀਲਿਟੀ ਨੂੰ ਕਿਸ ਤਰ੍ਹਾਂ ਰੀਸਟੋਰ ਕਰਦੇ ਨੇ, ਔਰ ਇਸ ਤੋਂ ਇਲਾਵਾ ਗਟ ਮਾਈਕਰੋਬਸ ਉੱਤੇ ਵੀ ਕੰਮ ਚੱਲ ਰਿਹਾ ਹੈ। ਸੋ ਇਹ ਮਾਈਕਰੋਬਸ ਤੋਂ ਕੁਝ ਐਨਜ਼ਾਈਮਸ ਵੀ ਪ੍ਰੀਪੇਅਰ ਕੀਤੇ ਜਾ ਰਹੇ ਨੇ, ਜਿਹੜੇ ਐਨਜ਼ਾਈਮਸ ਅਸੀਂ ਹੈਲਥ ਪੁਆਇੰਟ ਆਫ ਵਿਊ ਦੇ ਨਾਲ ਵੀ ਯੂਜ਼ ਕਰ ਸਕਦੇ ਹਾਂ, ਫਾਰਮਾਸਿਊਟੀਕਲਸ ਵੀ ਉਹਨਾਂ ਨੂੰ ਡਾਇਰੈਕਟਲੀ ਯੂਜ਼ ਕਰ ਸਕਦੀਆਂ ਨੇ ਫॉर ਵੈਲਫੇਅਰ ਪ੍ਰੋਗਰਾਮਸ। ਅੱਛਾ ਮੈਮ, ਕਿਸ ਫੀਲਡ ਦੇ ਵਿੱਚ ਸਭ ਤੋਂ ਵੱਧ ਪੇਟੈਂਟ ਫਾਈਲ ਹੋ ਚੁੱਕੇ ਨੇ? ਮੈਮ ਇੰਜੀਨੀਅਰਿੰਗ ਦੇ ਵਿੱਚ, ਹਾਂ ਇੰਜੀਨੀਅਰਿੰਗ ਦੇ ਵਿੱਚ ਕਾਫੀ ਪੈਟੈਂਟਸ ਫਾਈਲ ਹੋਏ ਨੇ ਫੋਲੋਡ ਬਾਈ ਸਾਇੰਸਿਸ। ਅੱਛਾ, ਹੁਣ ਇੰਡਸਟਰੀਜ਼ ਕੀ ਕਰ ਰਹੀਆਂ ਨੇ ਕਿ ਯੂਨੀਵਰਸਿਟੀ ਦੇ ਵਿੱਚ ਐਕਸਲੈਂਸ ਸੈਂਟਰ ਆਪਣੇ ਸਥਾਪਿਤ ਕਰ ਰਹੀਆਂ ਨੇ, ਤਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸੈਂਟਰ ਐਕਸਲੈਂਸ ਜੇਕਰ ਕਹੀਏ ਤਾਂ ਕਿਹੜੀ ਗਲੋਬਲ ਇੰਡਸਟਰੀਜ਼ ਨੇ ਤੇ ਕਿਸ ਤਰੀਕੇ ਨਾਲ ਉਹ ਸਟੂਡੈਂਟਸ ਨੂੰ ਬੈਨੀਫਿਟ ਦੇ ਸਕਦੀਆਂ ਨੇ? ਜੀ ਮੈਮ, ਸੈਂਟਰ ਆਫ ਐਕਸਲੈਂਸ ਯੂਨੀਵਰਸਿਟੀ ਦੇ ਵਿੱਚ 15 ਤੋਂ ਜ਼ਿਆਦਾ ਸੈਂਟਰ ਆਫ ਐਕਸਲੈਂਸ ਇਸ ਵੇਲੇ ਆਪਰੇਟਿਵ ਨੇ। ਕਲਪਨਾ ਚਾਵਲਾ ਸੈਂਟਰ ਸਾਡਾ ਹੈਗਾ ਇੱਕ ਸਪੇਸ ਟੈਕਨੋਲੋਜੀ ਦੇ ਉੱਤੇ 2020 ਦੇ ਵਿੱਚ ਐਸਟੈਬਲਿਸ਼ ਹੋਇਆ ਸੀ, ਔਰ ਉਹਦੇ ਵਿੱਚ ਸੈਟੇਲਾਈਟ ਡਿਜ਼ਾਈਨ ਦੇ ਉੱਤੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜਾ ਡਾਟਾ ਸੈਂਟਰ ਜਿਹੜਾ ਹੈਗਾ ਔਰਬਿਟਸ ਤੋਂ ਮੋਰ ਦੈਨ 15 to 20 ਕੰਟਰੀਜ਼ ਦੇ ਸੈਟੇਲਾਈਟ ਡੇਟਾ ਜਿਹੜਾ ਹੈ ਉਹ ਬੱਚੇ ਉਹਨੂੰ ਸਟੱਡੀ ਕਰਦੇ ਨੇ, ਔਰ ਰਿਮੋਟ ਸੈਂਸਿੰਗ GIS ਦੇ ਨਾਲ ਵੀ ਇੰਟਰਪ੍ਰੇਟ ਕਰਦੇ ਨੇ। ਸੋ ਇਹ ਸਾਰੀਆਂ ਜਿਹੜੀਆਂ ਵੀ ਲੇਟੈਸਟ ਟੈਕਨੀਕਸ ਨੇ ਇਹ ਅਸੀਂ ਬੱਚਿਆਂ ਨੂੰ ਇੱਥੇ ਸਿਖਾਉਂਦੇ ਹਾਂ। ਇਸ ਤੋਂ ਇਲਾਵਾ AI ਸੈਂਟਰ ਹੈਗਾ, ਆਰਟੀਫਿਸ਼ੀਅਲ ਇੰਟੈਲੀਜੈਂਸ ਤੁਸੀਂ ਜਾਣਦੇ ਹੋ ਕਿ ਅੱਜ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਯੁੱਗ ਹੈਗਾ। ਸੋ ਵੀ ਹੈਵ ਆਲਸੋ ਐਸਟੈਬਲਿਸ਼ਡ ਹੇਅਰ ਅ ਡੈਡੀਕੇਟਡ ਸੈਂਟਰ ਔਨ AI, ਔਰ ਇਸ AI ਦੇ ਵਿੱਚ ਸਾਰੀ ਸਟੇਟ ਆਫ ਆਰਟ ਫੈਸਿਲਿਟੀਜ਼ ਹੈਗੀਆਂ ਆ। ਇਹਦੇ ਵਿੱਚ ਜਿਹੜੇ ਮਾਈਕਰੋਸਾਫਟ ਇਨਕਿਊਬੇਸ਼ਨ ਔਰ ਇਨੋਵੇਸ਼ਨ ਲੈਬਸ ਨੇ, ਹਾਈ ਸਪੀਡ ਸਰਵਰਸ ਨੇ। ਸੋ ਵੀ ਆਰ ਪ੍ਰੋਵਾਈਡਿੰਗ ਆਲ ਦ ਇਨਫੋਰਮੇਸ਼ਨ ਵਿਚ ਇਜ਼ ਰਿਲੇਟਡ ਟੂ AI ਵਿਚ ਇਜ਼ ਯੂਜ਼ਡ ਬਾਈ ਆਲ ਦ ਡਿਸਿਪਲਿਨਸ। ਸੋ ਅਸੀਂ ਇਨਕਰੇਜ ਕਰਦੇ ਹਾਂ ਕਿ ਸਾਇੰਸਿਸ ਔਰ ਸੋਸ਼ਲ ਸਾਇੰਸਿਸ ਔਰ ਇੰਜੀਨੀਅਰਿੰਗ, AI ਸਿਰਫ ਇੰਜੀਨੀਅਰਿੰਗ ਤੱਕ ਹੀ ਸਿਮਿਟ ਨਾ ਰਹਿ ਜਾਵੇ, ਬਟ ਦੂਸਰੇ ਜਿਹੜੇ ਡਿਸਿਪਲਿਨਸ ਨੇ ਉਹ ਵੀ ਇਹਨੂੰ ਆਪਣੀ ਆਗਮੈਂਟੇਸ਼ਨ ਕਰਨ, ਰਿਸਰਚ ਦੇ ਵਿੱਚ ਵੀ ਔਰ ਆਪਣੇ ਕਰਿਕੂਲਮ ਦੇ ਵਿੱਚ ਵੀ। ਇਸ ਦੇ ਵਾਸਤੇ ਇਹ ਜਿਹੜਾ ਸੈਂਟਰ ਹੈ ਇਹ ਦਿਸ ਇਜ਼ ਆਪਰੇਟਿੰਗ। ਅੱਛਾ ਮੈਮ, ਤੁਸੀਂ ਦੇਖਦੇ ਹੋ ਕਿ ਪਿਛਲੇ ਸਮੇਂ ਤੋਂ ਜੇਕਰ ਅੱਜ ਨਾਲ ਕੰਪੈਰੀਜ਼ਨ ਕਰੀਏ ਤਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਰਿਸਰਚ ਤੇ ਇਨੋਵੇਸ਼ਨ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਗਰੋ ਹੋਈ ਹੈ? ਜੀ ਮੈਮ, ਰਿਸਰਚ ਇਨੋਵੇਸ਼ਨ ਨੂੰ ਗਰੋ ਕਰਨ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇੱਕ ਮਲਟੀ ਫੈਸਟਡ ਅਪਰੋਚ, ਮਲਟੀ ਪ੍ਰੋਂਗਡ ਅਪਰੋਚ ਨੂੰ ਅਡਾਪਟ ਕੀਤਾ ਗਿਆ। ਇਸ ਦੇ ਵਿੱਚ ਅਸੀਂ ਮੋਰ ਦੈਨ 500 ਕੋਲੈਬੋਰੇਸ਼ਨਸ ਨੇ, ਗਲੋਬਲ ਕੋਲੈਬੋਰੇਸ਼ਨਸ। ਸੋ ਉਹ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ QS ਰੈਂਕਿੰਗ ਦੇ ਉੱਤੇ ਕਾਫੀ ਹਾਈ ਰੈਂਕਡ ਯੂਨੀਵਰਸਿਟੀਜ਼ ਨੇ, ਔਰ ਉਹਨਾਂ ਯੂਨੀਵਰਸਿਟੀਆਂ ਦੇ ਨਾਲ ਅਸੀਂ ਪਾਰਟਨਰਸ਼ਿਪਸ ਕੀਤੀਆਂ ਨੇ। ਸੋ ਉਹ ਕੋਲੈਬੋਰੇਟਿਵ ਪ੍ਰੋਗਰਾਮਸ, ਫੈਕਲਟੀ ਐਕਸਚੇਂਜ ਪ੍ਰੋਗਰਾਮਸ, ਸਟੂਡੈਂਟ ਐਕਸਚੇਂਜ ਪ੍ਰੋਗਰਾਮਸ ਉਹ ਆਪਰੇਟਿਵ ਨੇ। ਇਸ ਤੋਂ ਇਲਾਵਾ ਜਿਹੜਾ ਕੈਪੈਸਿਟੀ ਬਿਲਡ ਕਰਦੇ ਪਏ ਹਾਂ ਅਸੀਂ ਆਪਣੀ ਫੈਕਲਟੀ ਦੀ, ਸਟੂਡੈਂਟਸ ਦੀ, ਟੂ ਐਂਟਰ ਇਨਟੂ ਰਿਸਰਚ, ਔਰ ਉਹਨਾਂ ਨੂੰ ਜਿਹੜੀਆਂ ਵੀ ਲਿਮਿਟੇਸ਼ਨਸ ਨੇ ਉਹਨਾਂ ਦੀਆਂ, ਜਾਂ ਥ੍ਰੈਟਸ ਨੇ ਜਾਂ ਚੈਲੰਜਸ ਨੇ, ਜਿਹਦੇ ਵਿੱਚ ਉਹ ਸਮਝਦੇ ਨੇ ਕਿ ਸਾਨੂੰ ਜਿਹੜਾ ਹੈਗਾ ਰਿਸਰਚ ਦੇ ਵਿੱਚ ਹੋਰ ਅੱਗੇ ਵਧਣ ਵਾਸਤੇ। ਸੋ ਵੀ ਹੈਵ ਆਈਡੈਂਟੀਫਾਈਡ ਸਮਾਲ ਸੁਪਰ ਮੈਂਟਰਸ ਐਂਡ ਲਰਨਰਸ। ਸੋ ਜਿਹੜੇ ਜ਼ਿਆਦਾ ਐਕਸਪੀਰੀਅੰਸਡ ਨੇ ਉਹਨਾਂ ਨੂੰ ਅਸੀਂ ਸੁਪਰ ਮੈਂਟਰਸ ਬਣਾਇਆ, ਉਹ ਅੱਗੋਂ ਮੈਂਟਰਿੰਗ ਕਰਨਗੇ ਤੇ ਯੰਗ ਫੈਕਲਟੀ ਨੂੰ ਅੱਗੋਂ ਹੋਰ ਵੀ ਟ੍ਰੇਨਿੰਗ ਦੇਣਗੇ। ਔਰ ਇਸ ਦੇ ਵਿੱਚ ਜਿਹੜੇ ਕੋਲੈਬੋਰੇਟਿਵ ਪ੍ਰੋਜੈਕਟਸ ਜਿਹੜੇ ਨੇ ਉਹ ਪਲਾਨ ਕਰਨਗੇ ਔਰ ਸਬਮਿਟ ਕਰਨਗੇ ਫੰਡਿੰਗ ਏਜੰਸੀਜ਼ ਨੂੰ। ਸੋ ਇਹ ਜਿਹੜੀਆਂ ਟ੍ਰੇਨਿੰਗਸ ਨੇ, ਜਿਹੜੀਆਂ ਕੈਪੈਸਿਟੀ ਬਿਲਡਿੰਗਸ ਨੇ, ਦੇ ਆਰ ਹੈਲਪਿੰਗ them ਲਾਈਕ ਐਨੀਥਿੰਗ। ਔਰ ਜਿਹੜੇ ਇੰਟਰਨੈਸ਼ਨਲ ਕੋਲੈਬੋਰੇਸ਼ਨਸ ਨੇ ਮੈਮ, ਉਹਦੇ ਤੋਂ ਵੀ ਕਾਫੀ ਇਨਕਰੇਜਮੈਂਟ ਹੈ। ਫਿਰ ਪੇਪਰ ਪਬਲੀਕੇਸ਼ਨਸ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਹਾਈ ਇੰਪੈਕਟ ਜਰਨਲਸ ਦੇ ਵਿੱਚ ਪੇਪਰ ਛਾਪੋ, Q1 ਐਂਡ Q2 ਇੰਪੈਕਟ ਵਾਲੇ ਜਿਹੜੇ ਪੇਪਰਸ ਨੇ ਉਹਨਾਂ ਦੇ ਵਿੱਚ ਪਬਲੀਕੇਸ਼ਨ ਜਾਣੀਆਂ ਚਾਹੀਦੀਆਂ ਹੈ। ਲੇਟੈਸਟ ਟੈਕਨੀਕਸ, ਇਨਫਰਾਸਟਰਕਚਰ ਜਿਹੜੀ ਹੈਗੀ ਹੈ, ਇੰਸਟਰੂਮੈਂਟੇਸ਼ਨ, ਉਹ ਵੀ ਲੈਬੋਰਟਰੀਜ਼ ਦੇ ਵਿੱਚ ਆਗਮੈਂਟ ਕੀਤੀ ਹੋਈ ਹੈ। ਵੀ ਡੂ ਹੈਵ ਸਕੈਨਿੰਗ ਇਲੈਕਟ੍ਰੋਨ ਮਾਈਕਰੋਸਕੋਪ, ਵੀ ਡੂ ਹੈਵ XRD, we do have HPLCs, we do have RT-PCR machines। ਸੋ ਇਹ ਜਿਹੜੀਆਂ ਨੇ ਇਹ ਬੈਕਬੋਨ ਨੇ ਰਿਸਰਚ ਦੀਆਂ। ਇੱਕ ਅੱਛੀ ਰਿਸਰਚ ਕਰਨ ਵਾਸਤੇ ਜੋ ਇਨਫਰਾ ਜਨਰੇਟ ਕੀਤੀ ਗਈ ਹੈ, ਉਸ ਦੇ ਨਾਲ ਜਿਹੜੀ ਰਿਸਰਚ ਆਊਟਪੁੱਟ ਹੈ ਉਹਦੇ ਵਿੱਚ ਬਹੁਤ ਸਿਗਨੀਫਿਕੈਂਟ ਗਰੋਥ ਹੋਈ ਹੈ। ਤਾਂ ਬਿਲਕੁਲ ਇੱਥੇ ਬਹੁਤ ਸਾਰੇ ਰਿਸਰਚ ਸਕਾਲਰ ਜਿਹੜੇ ਨੇ ਉਹ ਵੀ ਕੰਮ ਕਰ ਰਹੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਐਕਸਪੀਰੀਅੰਸ ਇਹਨਾਂ ਦਾ ਰਿਹਾ ਹੈ ਯੂਨੀਵਰਸਿਟੀ ਦੇ ਨਾਲ, ਕੀ ਕੁਝ ਸਿੱਖਿਆ ਤੇ ਕੀ ਕੁਝ ਫੈਸਿਲਿਟੀ ਜਿਹੜੀ ਹੈ ਯੂਨੀਵਰਸਿਟੀ ਇਹਨਾਂ ਬੱਚਿਆਂ ਨੂੰ ਦੇ ਰਹੀ ਹੈ।
ਮੈਮ ਕਿਹੜੀ ਪ੍ਰੋਜੈਕਟ ਤੇ ਤੁਸੀਂ ਕੰਮ ਕਰ ਰਹੇ ਹੋ? ਮੈਮ ਮੈਂ ਨਾ ਗੋਆ ਫਰੂਟ ਤੇ ਕੰਮ ਕਰ ਰਹੀ ਹਾਂ ਫॉर वैल्यू एडिशन और फॉर द फार्मर्स वी हैव collected the 3-4 varieties from the local farms near this area only, and I am working on their anti-diabetic and antimicrobial properties for the value addition, which will be the beneficial for the farmers. ਅੱਛਾ, ਕੀ ਅਪੋਰਚੁਨਿਟੀਜ਼ ਨੇ ਜੋ ਚੰਡੀਗੜ੍ਹ ਯੂਨੀਵਰਸਿਟੀ ਨੇ ਤੁਹਾਨੂੰ ਦਿੱਤੀਆਂ ਜੋ ਤੁਹਾਨੂੰ ਕਿਤੇ ਹੋਰ ਸ਼ਾਇਦ ਨਹੀਂ ਮਿਲਦੀਆਂ? Ma'am, we are able to get all kind of chemicals which we require, and the instruments also for the our experimentation and projects. So we are so glad for this that we are getting all kind of facilities from here. ਤਾਂ ਬਿਲਕੁਲ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਰਿਸਰਚ ਨੂੰ ਐਨਕਰੇਜ ਕੀਤਾ ਜਾ ਰਿਹਾ, ਬੱਚੇ ਡਿਫਰੈਂਟ ਪ੍ਰੋਜੈਕਟਸ ਦੇ ਉੱਤੇ ਇੱਥੇ ਕੰਮ ਕਰ ਰਹੇ ਨੇ। ਤਾਂ ਆਖਰੀ ਸਵਾਲ ਮੇਰਾ ਮੈਡਮ ਤੋਂ ਇਹ ਰਹੇਗਾ ਕਿ ਮੈਮ ਹਰ ਸਾਲ ਕਿੰਨਾ ਬਜਟ ਐਲੋਕੇਟ ਕੀਤਾ ਜਾਂਦਾ ਹੈ ਤੇ ਕਿੱਥੇ ਉਹ ਬਜਟ ਜਿਹੜਾ ਹੈ ਉਹ ਖਰਚਿਆ ਜਾਂਦਾ ਹੈ? Ma'am, last year more than 15 crores had been dedicated for research. ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਿਸਰਚ ਦੇ ਵਿੱਚ ਅਸੀਂ ਫੰਡਿੰਗ ਔਰ ਦੂਸਰੀਆਂ ਜਿਹੜੀਆਂ ਸਕੀਮਸ ਨੇ, ਸਟੂਡੈਂਟ ਸਪੋਰਟ ਸਕੀਮਸ ਨੇ, ਸਟੂਡੈਂਟ ਸਕਾਲਰਸ਼ਿਪਸ ਦੇਣ ਵਾਸਤੇ, ਜਾਂ ਸੀਡ ਫੰਡਿੰਗ ਜਿਹੜੇ ਜਿੰਨੀ ਵੀ ਯੰਗ ਫੈਕਲਟੀ ਨਵੀਂ ਆਉਂਦੀ ਹੈ ਔਰ ਰਿਸਰਚ ਕਰਨ ਵਾਸਤੇ ਸਕੀਮਸ ਪਾਲਿਸੀਜ਼ ਬਣਾਈਆਂ ਗਈਆਂ ਕਿ ਉਹਨਾਂ ਨੂੰ ਸੀਡ ਫੰਡ ਦਿੱਤਾ ਜਾਏ ਤਾਂ ਕਿ ਉਹ ਮਾਈਨਰ ਪ੍ਰੋਜੈਕਟਸ ਤੋਂ ਆਪਣਾ ਕੰਮ ਸ਼ੁਰੂ ਕਰ ਸਕਣ ਔਰ ਉਸ ਤੋਂ ਬਾਅਦ ਉਹਨੂੰ ਐਕਸਟਰਾ ਮਿਊਰਲ ਵੱਲ ਜਾ ਸਕਣ। ਸੋ ਆਫਟਰ ਡੂਇੰਗ ਇੰਟਰਾਮਿਊਰਲ ਜਿਹੜੇ ਇੰਟਰਾਮਿਊਰਲ ਫੰਡਸ ਉਹਨਾਂ ਨੂੰ ਦਿੱਤੇ ਜਾਂਦੇ ਨੇ ਉਸ ਤੋਂ ਐਨਕਰੇਜ ਹੋ ਕੇ ਐਕਸਟਰਾ ਮਿਊਰਲ ਫੰਡਿੰਗ ਨੂੰ ਫੈਚ ਕਰਨ। ਔਰ ਇਸ ਦੇ ਨਾਲ ਅਸੀਂ ਇੰਡਸਟਰੀਜ਼ ਨੂੰ ਇਨਵੋਲਵ ਕੀਤਾ ਹੈ, NGOs ਨੂੰ ਇਨਵੋਲਵ ਕੀਤਾ ਹੈ। ਇਨ UP ਕੈਂਪਸ ਚੰਡੀਗੜ੍ਹ ਯੂਨੀਵਰਸਿਟੀ ਹੈਜ਼ ਇਨ ਲਖਨਊ ਕੈਂਪਸ ਆਲਸੋ, ਤੇ ਉੱਥੇ ਇੱਕ ਸਾਡਾ ਬਹੁਤ ਵੱਡਾ NGO ਗ੍ਰਾਮੀਗੋ ਦੇ ਨਾਲ ਜੁਆਇੰਟ ਪ੍ਰੋਜੈਕਟਸ ਚੱਲ ਰਹੇ ਨੇ। ਤਾਂ ਉਹਦੇ ਵਿੱਚ ਮੈਮ ਕਾਊਜ਼ ਦੇ ਉੱਤੇ ਜਿਹੜਾ ਹੈਗਾ ਆ ਇੱਕ ਸਾਡਾ ਪ੍ਰੋਜੈਕਟ ਚੱਲ ਰਿਹਾ ਹੈ, ਸੋ ਟੇਕਿੰਗ ਵੈਲਫੇਅਰ ਆਫ them and using their products, and ਉਹਦੇ ਵਿੱਚ ਅਸੀਂ ਸਾਇੰਟੀਫਿਕ ਵੈਲੀਡੇਸ਼ਨਸ ਜਿਹੜੀਆਂ ਹੈ ਉਹ ਕਰਨੀਆਂ। ਸੋ ਇਸੇ ਤਰੀਕੇ ਦੇ ਨਾਲ ਹੋਰ ਵੀ NGOs ਨੂੰ ਅਸੀਂ ਇਨਵੋਲਵ ਕਰਕੇ ਨਾਲ ਚੱਲ ਰਹੇ ਹਾਂ। ਇਸ ਤੋਂ ਇਲਾਵਾ ਜਿਹੜਾ ਗਵਰਨਮੈਂਟ ਸੈਕਟਰ ਦੇ ਵਿੱਚ ਪੰਜਾਬ ਗਵਰਨਮੈਂਟ ਦੇ ਨਾਲ ਵੀ ਅਸੀਂ ਪਿੱਛੇ ਜੀ ਮੀਟ ਕਰਕੇ ਆਏ ਹਾਂ, ਫੋਰੈਸਟਰੀ ਡਿਪਾਰਟਮੈਂਟ ਦੇ ਨਾਲ ਔਰ ਵੈਟਲੈਂਡ ਅਥਾਰਟੀ ਆਫ ਪੰਜਾਬ ਦੇ ਨਾਲ। ਦੇ ਆਰ ਇੰਟਰਸਟਿਡ ਔਨ ਵਰਕਿੰਗ ਔਨ ਵੈਟਲੈਂਡਸ। ਸੋ ਜਿਹੜੇ ਵੀ ਪੰਜਾਬ ਦੇ ਵੈਟਲੈਂਡਸ ਨੇ ਮੈਮ ਇਸ ਵੇਲੇ 6 ਤੋਂ ਜ਼ਿਆਦਾ ਇੰਟਰਨੈਸ਼ਨਲ ਰੈਮਸਰ ਸਾਈਟਸ ਨੇ। ਸੋ ਉਹ ਇੰਟਰਨੈਸ਼ਨਲ ਰੈਮਸਰ ਸਾਈਟਸ ਦੇ ਉੱਤੇ ਬਹੁਤ ਪਾਣੀ ਦੀ ਜਿਹੜੀ ਕੁਆਲਿਟੀ ਡਿਟੀਰੀਓਰੇਟ ਹੋ ਰਹੀ ਹੈ, ਪੋਲਿਊਸ਼ਨ ਲੋਡ ਬਹੁਤ ਜ਼ਿਆਦਾ ਹੈਗਾ। ਇਸ ਤੋਂ ਇਲਾਵਾ ਸਿਲਟਿੰਗ ਦੀ ਪ੍ਰੋਬਲਮ ਹੈ, ਥੱਲੇ ਮਿੱਟੀ ਜੰਮ ਗਈ ਹੋਈ ਹੈ ਥੱਲੇ। ਇਸ ਤੋਂ ਇਲਾਵਾ ਜਿਹੜਾ ਦਰਿਆਵਾਂ ਦਾ ਲੈਂਡ ਸ਼ਿਫਟ ਪੈਟਰਨਸ ਹੋ ਗਏ ਹੋਏ ਨੇ, ਫਲੱਡਸ ਆ ਰਹੇ ਨੇ, ਉਹਨਾਂ ਨੂੰ ਵਗਣ ਵਾਸਤੇ ਪਾਣੀ ਨਹੀਂ ਹੈ। ਸੋ ਥੀਸ ਆਰ ਸਮ ਆਫ ਦ ਇਸ਼ੂਜ਼ ਵਿਚ ਗਵਰਨਮੈਂਟ ਵਾਂਟਡ ਟੂ ਟੇਕ, ਐਂਡ ਅਸੀਂ ਉਹਦੇ ਵਿੱਚ ਸਟੇਕ ਹੋਲਡਰ ਸੀ, ਐਂਡ ਵੀ ਆਲਸੋ ਸ਼ੋਡ ਆਰ ਇੰਟਰਸਟ ਟੂ ਵਰਕ ਔਨ ਸਮ ਐਸਪੈਕਟਸ, ਅਸੀਂ ਉਹਦੇ 'ਤੇ ਰਿਸਰਚ ਕਰ ਸਕੀਏ। ਸੋ ਇਹਦੇ ਵਿੱਚ ਜਿਹੜਾ ਰੋਪੜ ਵੈਟਲੈਂਡ, ਸਤਲੁਜ ਵੈਟਲੈਂਡ ਹੈ, ਇਹਦੇ ਉੱਤੇ ਅਸੀਂ ਉਹ ਵਰਕਸ਼ਾਪ ਅਟੈਂਡ ਕੀਤੀ ਸੀ, ਔਰ ਵੀ ਆਰ ਪਲੈਨਿੰਗ ਟੂ ਮੇਕ ਅ ਗੁੱਡ ਪ੍ਰੋਜੈਕਟ ਵਿਦ ਯਰ ਹੈਲਪ with the Punjab government to work on these wetlands. So ਇੱਕ wetland ਜਿਹੜਾ ਇੰਟਰਨੈਸ਼ਨਲ ਇੰਪੋਰਟੈਂਸ ਦਾ ਹੈਗਾ, ਰੈਮਸਰ ਸਾਈਟਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਸੋ ਇੱਕ ਰੈਮਸਰ ਸਾਈਟ ਤੇ ਕੰਮ ਕਰਨ ਤੋਂ ਬਾਅਦ ਅਸੀਂ ਫਿਰ ਬਾਕੀ ਰੈਮਸਰ ਸਾਈਟਸ ਤੇ ਫੋਕਸ ਕਰਾਂਗੇ। ਤਾਂ ਬਿਲਕੁਲ, ਜੇਕਰ ਤੁਸੀਂ ਵੀ ਆਪਣੀ ਇਮੈਜੀਨੇਸ਼ਨ ਨੂੰ ਡ੍ਰੀਮ ਦੇ ਵਿੱਚ ਬਦਲਣਾ ਚਾਹੁੰਦੇ ਹੋ ਤਾਂ ਚੰਡੀਗੜ੍ਹ ਯੂਨੀਵਰਸਿਟੀ ਤੁਹਾਨੂੰ ਮੌਕਾ ਦੇ ਰਹੀ ਹੈ ਕਿ ਆਪਣੀ ਸੋਚ ਨੂੰ ਹੁਣ ਤੁਸੀਂ ਇੱਕ ਨਵੇਂ ਮੁਕਾਮ ਤੇ ਲੈ ਕੇ ਜਾਓ, ਕਿਉਂਕਿ ਬੱਚਿਆਂ ਨੂੰ ਬਹੁਤ ਸਾਰੀ ਅਪੋਰਚੁਨਿਟੀਜ਼, ਬਹੁਤ ਸਾਰੀ ਫੈਸਿਲਿਟੀਜ਼ ਜਿਹੜੀਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਤਾਂ ਜੇਕਰ ਤੁਸੀਂ ਵੀ ਰਿਸਰਚ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਨੇ, ਤੁਸੀਂ ਵੀ ਰਿਸਰਚ ਲਗਾਤਾਰ ਕਰ ਰਹੇ ਸੀ ਚੰਡੀਗੜ੍ਹ ਯੂਨੀਵਰਸਿਟੀ ਦੇ ਰਿਸਰਚ ਡਿਪਾਰਟਮੈਂਟ ਦੇ ਬਾਰੇ, ਤਾਂ ਰਿਸਰਚ ਡਿਪਾਰਟਮੈਂਟ ਦੇ ਵਿੱਚ ਅਸੀਂ ਖੜੇ ਹਾਂ ਤੇ ਮੈਡਮ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਜੋ ਸਟੂਡੈਂਟਸ ਦੇ ਹੱਕ ਦੀਆਂ ਗੱਲਾਂ ਨੇ, ਜੋ ਸਟੂਡੈਂਟਸ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਵਾ ਰਹੀ ਹੈ ਯੂਨੀਵਰਸਿਟੀ। ਤਾਂ ਮੈਂ ਕਹੂੰਗੀ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਤੁਹਾਡਾ ਜਿਹੜਾ ਕਰੀਅਰ ਹੈ ਉਹ ਇੱਕ ਗੇਮ ਚੇਂਜਰ ਹੋ ਸਕਦਾ ਹੈ, ਜਿੱਥੇ ਤੁਸੀਂ ਬਿਲਕੁਲ ਇੱਕ ਬ੍ਰਾਈਟ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਰੈਕਗਨੀਸ਼ਨਸ ਦੇ ਬਹੁਤ ਚਾਂਸਸ ਨੇ ਮੈਮ, ਕਿਉਂਕਿ ਯੂਨੀਵਰਸਿਟੀ ਬਹੁਤ ਉਦਮ ਕਰ ਰਹੀ ਹੈ ਸਟੂਡੈਂਟਸ ਨੂੰ ਇੰਟਰਨੈਸ਼ਨਲ ਲੈਵਲ ਤੱਕ ਲਿਜਾਣ ਦੀ, ਔਰ ਸਾਡੀਆਂ ਲੀਡਰਸ਼ਿਪ, ਸਾਡੇ ਚਾਂਸਲਰ ਸਾਹਿਬ ਦੀ ਵੀ ਵਿਜ਼ਨ ਹੈ ਕਿ ਇਹਨੂੰ ਇੱਕ ਗਲੋਬਲ ਰੈਕਗਨੀਸ਼ਨ ਮਿਲੇ ਯੂਨੀਵਰਸਿਟੀ ਨੂੰ। ਸੋ ਐਵਰੀਬਾਡੀ ਇਜ਼ ਵਰਕਿੰਗ ਵੈਰੀ ਹਾਰਡ ਔਨ ਦੈਟ। ਥੈਂਕ ਯੂ ਸੋ ਮਚ।